ਉਹਦੀ ਜੀਭ ਮੱਚ ਜਾਣੀ ਚਾਹੀਦੀ ਹੈ, ਜਲ ਜਾਣੀ ਚਾਹੀਦੀ ਹੈ। ਜੋ ਕਹਿੰਦਾ ਹੈ ਭਗਵਾਨ ਜੰਮ ਪਿਆ ਹੈ। ਗੁਰਬਾਣੀ ਕਹਿੰਦੀ, ਸਤਿਗੁਰੂ ਕਹਿੰਦੇ ਸੋ ਮੁਖ ਜਲੋ ਜਿਤ ਕਹਹਿ ਠਾਕੁਰ ਜੋਨੀ। ਗੁਰੂ ਨਾਨਕ ਅਜੂਨੀ ਹੈ, ਜਨਮ ਦੇ ਵਿੱਚ ਨਹੀਂ। ਜੇ ਭਗਵਾਨ ਦਾ ਜਨਮ ਹੋਇਆ ਹੈ, ਫਿਰ ਭਗਵਾਨ ਦਾ ਮਰਨ ਦਿਨ ਵੀ ਹੋਵੇਗਾ। ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ, ਧੰਨ ਗੁਰੂ ਰਾਮਦਾਸ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕਨ ਨੂੰ ਦਬਾ ਲਓ, ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ। ਲਾਈਕ ਅਤੇ ਕਮੈਂਟ ਕਰਕੇ ਆਪਣਾ ਪਿਆਰ ਤੇ ਆਸ਼ੀਰਵਾਦ ਜ਼ਰੂਰ ਦਿਓ। ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ, ਤਾਂ ਜੋ ਹੋਰ ਸੰਗਤਾਂ ਦਾ ਵੀ ਭਲਾ ਹੋ ਸਕੇ। ਕੋਈ ਜਨਮ ਐਸਾ ਹੈ ਹੀ ਨਹੀਂ ਜੋ ਮਰਨ ਨਾਲ ਜੁੜਿਆ ਨਾ ਹੋਵੇ। ਉਹ ਪਰਮਾਤਮਾ ਤਾਂ ਅਜੂਨੀ ਹੈ। ਸੰਸਕ੍ਰਿਤ ਦਾ ਲਫ਼ਜ਼ ਹੈ ਸਵੈਭੂ, ਆਪਣੇ ਆਪ ਤੋਂ ਹੀ ਪ੍ਰਗਟ ਹੋਇਆ ਹੈ। ਆਪੀ ਨੈ ਆਪ ਸਾਜਿਓ, ਆਪੀ ਨੈ ਰਚਿਓ ਨਾਉ। ਉਸਨੇ ਆਪਣੀ ਸਾਜਨਾ ਆਪ ਕੀਤੀ ਹੈ, ਆਪਣੇ ਫੁਰਨੇ ਤੋਂ ਸਾਕਾਰ ਹੋਇਆ, ਨਹੀਂ ਤਾਂ ਨਿਰਾਕਾਰ ਸੀ। ਇਹ ਇੱਕ ਬਹੁਤ ਲੰਬੀ ਚੌੜੀ ਵਿਚਾਰਧਾਰਾ ਹੈ। ਜਦ ਅਪੁਰ ਸੀ, ਉਹਦੇ ਵਿੱਚ ਫੁਰਨਾ ਨਹੀਂ ਸੀ ਤਾਂ ਨਿਰਾਕਾਰ ਸੀ। ਜਦ ਫੁਰਨਾ ਹੋਇਆ ਤਾਂ ਸਾਕਾਰ ਹੋ ਗਿਆ। ਸਾਕਾਰ ਉਸ ਦਾ ਫੁਰਨਾ ਮਾਤਰ ਹੈ, ਸਾਕਾਰ ਉਸ ਦੀ ਵਿਚਾਰ ਮਾਤਰ ਹੈ। ਤੁਸੀਂ ਸਾਧ ਸੰਗਤ ਜੀ ਇਹ ਜਾਣ ਕੇ ਹੈਰਾਨ ਹੋਵੋਗੇ, 2-3 ਚੋਟੀ ਦੇ ਸਾਇੰਟਿਸਟ ਐਸਾ ਵੀ ਹੁਣ ਕਹਿਣ ਲੱਗ ਪਿਆ ਵੀ ਸੰਸਾਰ ਵਿਚਾਰ ਦੀ ਤਰ੍ਹਾਂ ਜ਼ਿਆਦਾ ਦਿਖਾਈ ਦੇਣ ਲੱਗ ਪਿਆ। ਇਹ ਹੁਣ ਵਿਗਿਆਨ ਇਹ ਗੱਲਾਂ ਕਹਿ ਰਿਹਾ। ਸਾਡੇ ਲੋਕਾਂ ਦਾ ਇਹ ਸੁਭਾਅ ਹੈ ਵੀ ਜੇ ਤਾਂ ਮੇਰੀ ਸਮਝ ਵਿੱਚ ਆ ਗਿਆ ਤਾਂ ਉਹ ਹੈ, ਜੇ ਮੇਰੀ ਸਮਝ ਵਿੱਚ ਨਹੀਂ ਹੈ ਤਾਂ ਉਹ ਨਹੀਂ ਹੈ। ਜੋ ਮੇਰੇ ਵਿਚਾਰ ਵਿੱਚ ਹੈ ਉਹ ਹੈ, ਜੋ ਮੇਰੇ ਵਿਚਾਰਾਂ ਵਿੱਚ ਨਹੀਂ ਹੈ ਉਹ ਨਹੀਂ ਹੈ। ਜਿਤਨੇ ਮੇਰੇ ਵਿਚਾਰ ਹਨ ਉਨਾ ਹੀ ਸੰਸਾਰ ਹੈ, ਜ਼ਿਆਦਾ ਨਹੀਂ। ਜਿੰਨੀ ਕੋ ਬੰਦੇ ਦੀ ਸਮਝ ਹੁੰਦੀ ਹੈ ਉਨਾ ਕੁ ਉਹਦੇ ਲਈ ਸੰਸਾਰ ਹੁੰਦਾ ਹੈ। ਉਸ ਤੋਂ ਅੱਗੇ ਉਹਦਾ ਕੁਝ ਵੀ ਨਹੀਂ ਹੁੰਦਾ, ਸੋਚ ਹੀ ਨਹੀਂ ਜਾਂਦੀ। ਰੋਮ ਰੋਮ ਵਿੱਚ ਪਰਮਾਤਮਾ ਹੈ, ਜੇ ਮੇਰੀ ਸਮਝ ਵਿੱਚ ਨਹੀਂ ਹੈ ਤਾਂ ਨਹੀਂ ਹੈ। ਜ਼ਰੇ ਜ਼ਰੇ ਵਿੱਚ ਪਰਮਾਤਮਾ ਹੈ, ਜੇ ਮੇਰੀ ਸਮਝ ਵਿੱਚ ਨਹੀਂ ਹੈ ਤਾਂ ਨਹੀਂ ਹੈ। ਪਰਿਵਾਰ ਪਸ਼ੂਆਂ ਦਾ ਵੀ ਹੈ ਪਰ ਸਮਝ ਵਿੱਚ ਨਹੀਂ ਹੈ। ਪਰਿਵਾਰ ਉਹਨਾਂ ਦਾ ਨਹੀਂ ਹੈ। ਨਾਨਕੇ ਦਾਦਕੇ ਸਹੁਰੇ ਪਸ਼ੂਆਂ ਦੇ ਵੀ ਹੈ, ਮਾਂ ਬਾਪ ਉਹਨਾਂ ਦੇ ਵੀ ਹੈ, ਭੈਣ ਭਰਾ ਉਹਨਾਂ ਦੇ ਵੀ ਹੈ। ਪਤੀ ਤੇ ਪਤਨੀ ਦੇ ਰਿਸ਼ਤੇ ਉਹਨਾਂ ਵਿੱਚ ਵੀ ਜੁੜਦੇ ਹਨ, ਪਰ ਸਮਝ ਨਹੀਂ ਹੈ ਤਾਂ ਸਮਝੋ ਨਹੀਂ ਹੈ। ਪਸ਼ੂਆਂ ਦੀ ਦੁਨੀਆ ਵਿੱਚ ਨਾਨਕੇ ਦਾਦਕੇ ਸਹੁਰੇ ਨਹੀਂ ਹਨ। ਜੇਕਰ ਸਮਝ ਵਿੱਚ ਨਹੀਂ ਤਾਂ ਪਸ਼ੂਆਂ ਦੀ ਦੁਨੀਆ ਵਿੱਚ ਪਰਿਵਾਰ ਨਹੀਂ ਹੈ। ਜੇਕਰ ਮਨੁੱਖ ਨੂੰ ਸਮਝ ਹੈ ਤਾਂ ਨਿਰੰਕਾਰ ਹੈ, ਜੇ ਸਮਝ ਨਹੀਂ ਤਾਂ ਨਿਰੰਕਾਰ ਨਹੀਂ। ਸਾਹਮਣੇ ਹੀਰਾ ਪਿਆ ਹੈ, ਜੇ ਤਾਂ ਸਮਝ ਹੈ ਤਾਂ ਬੜਾ ਕੀਮਤੀ ਹੈ, ਜੇ ਸਮਝ ਨਹੀਂ ਤਾਂ ਪੱਥਰ ਹੈ। ਹੁਣ ਮੈਂ ਤੁਹਾਨੂੰ ਇੱਕ ਦੂਸਰਾ ਨੁਕਤਾ ਬਿਆਨ ਕਰਾਂ। ਜੇਕਰ ਮੇਰੀ ਸਮਝ ਵਿੱਚ ਵੀ ਹੈ, ਯਾਦ ਵਿੱਚ ਨਹੀਂ, ਮੇਰੇ ਚੇਤੇ ਵਿੱਚ ਨਹੀਂ ਤਾਂ ਸਮਝ ਲਓ ਨਹੀਂ ਹੈ। ਹੀਰਾ ਤਾਂ ਮੇਰੀ ਜੇਬ ਵਿੱਚ ਪਿਆ ਹੈ, ਪਰ ਮੇਰੀ ਯਾਦ ਵਿੱਚ ਨਹੀਂ, ਮੇਰੀ ਸਮਝ ਵਿੱਚ ਨਹੀਂ, ਮੇਰੇ ਚੇਤੇ ਵਿੱਚ ਨਹੀਂ ਹੋਵੇਗਾ। ਪਰਮਾਤਮਾ ਹੈ, ਪਰੰਤੂ ਜੇਕਰ ਮੇਰੀ ਸਮਝ ਵਿੱਚ ਨਹੀਂ ਤਾਂ ਸਮਝ ਲਓ ਨਹੀਂ ਹੈ। ਜਿਵੇਂ ਅੰਨਾ ਸੂਰਜ ਦੇ ਹੁੰਦਿਆਂ ਹੋਇਆਂ ਵੀ ਸੂਰਜ ਤੋਂ ਬਿਨਾਂ ਜਿਉ ਰਿਹਾ ਹੈ, ਪਰਮਾਤਮਾ ਦੇ ਹੁੰਦਿਆਂ ਹੋਇਆਂ ਉਹ ਪਰਮਾਤਮਾ ਤੋਂ ਬਿਨਾਂ ਜੀ ਰਿਹਾ ਹੈ। ਗੁਸਤਾਖੀ ਮਾਫ ਕਰਿਓ, ਕਈ ਚਾਨਣੇ ਦੇ ਹੁੰਦਿਆਂ ਹੋਇਆਂ ਵੀ ਚਾਨਣੇ ਤੋਂ ਬਿਨਾਂ ਜੀ ਰਹੇ ਹੈ, ਪ੍ਰਕਾਸ਼ ਦੇ ਹੁੰਦਿਆਂ ਹੋਇਆਂ ਵੀ ਪ੍ਰਕਾਸ਼ ਤੋਂ ਬਿਨਾਂ ਜੀ ਰਹੇ ਹੈ। ਪਰ ਇਹ ਵੀ ਠੀਕ ਹੈ, ਸੂਰਜ ਨਾ ਹੋਵੇ ਤਾਂ ਜੀ ਵੀ ਨਹੀਂ ਸਕਦਾ। ਸੂਰਜ ਠੰਡਾ ਪੈ ਜਾਏ ਤਾਂ ਸਭ ਕੁਝ ਠੰਡਾ ਪੈ ਜਾਊਗਾ, ਕੁਝ ਵੀ ਨਹੀਂ ਹੋਣਾ। ਹਲਚਲ ਤਾਂ ਬ੍ਰਹਿਮੰਡ ਦੀ ਸੂਰਜ ਕਰਕੇ ਹੈ। ਸੂਰਜ ਇੱਕੋ, ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਗੁਰਮੁਖ ਪਿਆਰਿਓ, ਗੁਰਬਾਣੀ ਦੱਸਦੀ ਹੈ, ਜਨ ਨਾਨਕ ਕੋਟਣ ਮੈਂ ਕਿਨਹੂ ਗੁਰਮੁਖ ਹੋਏ ਪਛਾਨਾ। ਕਈ ਕਰੋੜਾਂ ਵਿੱਚੋਂ ਇੱਕ ਹੈ, ਨਹੀਂ ਤਾਂ ਫੇਰ ਬਾਕੀ ਮੰਦਰ ਮਸਜਿਦਾਂ ਗੁਰਦੁਆਰਿਆਂ ਦਾ ਇਕੱਠ ਹੀ ਹੈ। ਮਹਾਤਮਾ ਬੁੱਧ ਨੇ ਆਪਣੇ ਚਚੇਰੇ ਭਰਾ ਨੂੰ ਕਿਹਾ ਸੀ ਕਿ ਬਹੁਤ ਵੱਡੀ ਭੀੜ ਵਿੱਚ ਭੇਡਾਂ ਹੁੰਦੀਆਂ ਹਨ। ਮਹਾਤਮਾ ਬੁੱਧ ਨੇ ਆਪਣੇ ਚਚੇਰੇ ਭਰਾ ਨੂੰ ਕਿਹਾ ਸੀ ਕਿ ਬਹੁਤ ਵੱਡੀ ਭੀੜ ਵਿੱਚ ਭੇਡਾਂ ਹੁੰਦੀਆਂ ਹਨ। ਰੂਹੇ ਜ਼ਮੀਨ ਉੱਤੇ ਕਦੇ ਚੰਗੇ ਮਨੁੱਖਾਂ ਦੀ ਭੀੜ ਨਹੀਂ ਹੋਈ। ਭੀੜ ਵਿੱਚ ਕਦੇ ਚੰਗੇ ਮਨੁੱਖ ਨਹੀਂ ਹੁੰਦੇ, ਚੰਗੇ ਮਨੁੱਖਾਂ ਦੀ ਕਦੀ ਭੀੜ ਨਹੀਂ ਹੁੰਦੀ।
ਕਿੰਨਿਆਂ ਦੀ ਸਮਝ ਵਿੱਚ ਹੈ ਪਰਮਾਤਮਾ। ਚਲੋ ਗੁਰਬਾਣੀ ਦੀ ਗਵਾਹੀ ਸਾਖੀ ਹੈ ਗੁਰਬਾਣੀ। ਗੁਰਬਾਣੀ ਕਹਿੰਦੇ ਜਨ ਨਾਨਕ ਕੋਟਣ ਮੈਂ ਕਿਨਹੂ ਗੁਰਮੁਖ ਹੋਏ ਪਛਾਨਾ। ਕਈ ਕਰੋੜਾਂ ਵਿੱਚੋਂ ਇੱਕ ਹੈ। ਕਰੀਬਨ ਅਰਬਾਂ ਦੀ ਆਬਾਦੀ ਹੈ ਇਸ ਸੰਸਾਰ ਤੇ ਦੁਨੀਆ ਵਿੱਚ। 5 ਬੰਦੇ ਹੀ ਹਨ ਜਿਨ੍ਹਾਂ ਦੀ ਸਮਝ ਹੈ। ਅਰਬ ਦੇ ਕਰੀਬ ਦੁਨੀਆ ਖੋ ਗਈ ਹੈ। ਮਹਾਰਾਜ ਕਹਿੰਦੇ ਹਨ ਬਸ ਇਤਨੀਆਂ ਦੀ ਸਮਝ ਵਿੱਚ ਹੈ। ਗੁਰਬਾਣੀ ਦਾ ਫੈਸਲਾ ਹੈ ਕੋਟਣ ਮੈਂ ਨਾਨਕ ਕੋ ਨਾਰਾਇਣ ਜਿਹ ਜੀਤ। ਇੱਕ ਬਹੁਤ ਵੱਡਾ ਫਕੀਰ ਹੋਇਆ ਹੈ। ਹਜ਼ਰਤ ਨਿਜ਼ਾਮੁਦੀਨ ਦਾ ਚੇਲਾ ਸੀ ਅਮੀਰ ਖੁਸਰੋ। ਦੁੱਖ ਦੇ ਅੱਗੇ ਰੋਂਦਾ ਹੋਇਆ ਖੁਦਾ ਦੇ ਅੱਗੇ ਫਰਿਆਦ ਕਰਦਾ ਹੈ। ਕਹਿੰਦਾ ਹੈ ਕਿ ਐ ਮੇਰੇ ਦੋਸਤ ਕਿਤਨੀ ਦੂਰ ਹੈ ਤੇਰੀ ਬਸਤੀ, ਮੇਰੀ ਯਾਦ ਵੀ ਨਹੀਂ ਪਹੁੰਚਦੀ। ਜਦੋਂ ਤੈਨੂੰ ਯਾਦ ਕਰਨ ਬੈਠਦਾ ਨਾ ਇੰਨੀ ਦੂਰ ਹੈ ਤੂੰ ਤੇ ਨਹੀਂ ਯਾਦ ਆਉਂਦਾ ਪਰ ਪਰਿਵਾਰ ਯਾਦ ਆ ਜਾਂਦਾ ਹੈ। ਤੈਨੂੰ ਯਾਦ ਕਰਨ ਬੈਠਦਾ ਪਦਾਰਥ ਯਾਦ ਆ ਜਾਂਦੇ ਹੈ, ਤੂੰ ਯਾਦ ਨਹੀਂ। ਤੈਨੂੰ ਯਾਦ ਕਰਨ ਬੈਠਦਾ ਹੈ ਮਿੱਤਰ ਯਾਦ ਆ ਜਾਂਦੇ ਐ, ਪੁੱਤਰ ਯਾਦ ਆ ਜਾਂਦੇ ਐ, ਪਦਾਰਥ ਯਾਦ ਆ ਜਾਂਦੇ ਐ, ਧਨ ਯਾਦ ਆ ਜਾਂਦਾ ਹੈ, ਤੂੰ ਤੇ ਯਾਦ ਹੀ ਨਹੀਂ ਆਉਂਦਾ। ਤੇਰੀ ਯਾਦ ਧਨ ਤੱਕ ਪਹੁੰਚਦੀ ਹੈ, ਤੇਰੇ ਤੱਕ ਨਹੀਂ ਪਹੁੰਚਦੀ। ਕਿਤਨੀ ਵੱਡੀ ਸਚਾਈ 2 ਪੰਕਤੀਆਂ ਵਿੱਚ ਕਹਿ ਗਿਆ ਫਕੀਰ। ਜੋ ਮੇਰੀ ਯਾਦ ਵਿੱਚ ਨਹੀਂ ਹੈ ਸਤਸੰਗ ਦਾ ਪਹਿਲਾ ਲਾਭ। ਗੱਲ ਸਮਝ ਦੇ ਵਿੱਚ ਆ ਗਈ। ਇਹ ਪਹਿਲਾ ਲਾਭ ਹੈ ਕਥਾ ਸੁਣਨ ਦਾ, ਗੁਰੂ ਦੀ ਸੰਗਤ ਕਰਨ ਦਾ। ਗੁਰਦੁਆਰੇ ਆਉਣ ਦਾ ਪਹਿਲਾ ਲਾਭ ਹੈ ਗੱਲ ਸਮਝ ਵਿੱਚ ਆ ਗਈ। ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਸਮੱਸਿਆਵਾਂ ਸੰਸਾਰਕ ਹਨ, ਦੁਨਿਆਵੀ ਹਨ। ਅਜੇ ਇਹਨਾਂ ਦੇ ਅੰਦਰ ਧਾਰਮਿਕ ਸਮੱਸਿਆ ਨਹੀਂ ਪੈਦਾ ਹੋਈ ਕਿਉਂਕਿ ਧਰਮ ਦੀ ਸਮਝ ਹੀ ਕੋਈ, ਪ੍ਰਭੂ ਦੀ ਸਮਝ ਹੀ ਕੋਈ ਜੀ। ਮੁੰਡੇ ਦਾ ਕੰਮਕਾਰ ਕੋਈ ਨਹੀਂ, ਆਰਥਿਕ ਔਕੜਾਂ ਹਨ, ਇਹ ਤਾਂ ਘਰ ਘਰ ਦੀ ਪਰੇਸ਼ਾਨੀ ਹੈ। ਇਹਨਾਂ ਪਰੇਸ਼ਾਨੀਆਂ ਨੂੰ ਆਪਣੇ ਢੰਗ ਨਾਲ ਹੱਲ ਕਰੋ, ਪਰ ਆਪਣੇ ਅੰਦਰ ਧਾਰਮਿਕ ਸਮੱਸਿਆਵਾਂ ਪੈਦਾ ਹੋਣ ਦਿਓ। ਉਹ ਤਾਂ ਹੀ ਹੋ ਸਕਦਾ ਹੈ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੈ ਕੋਈ। ਜਦੋਂ ਵੀ ਸਤਸੰਗ ਵਿੱਚ ਜਾਈਏ ਤਾਂ ਸੰਸਾਰ ਦੀ ਕੋਈ ਸਮੱਸਿਆ ਲੈ ਕੇ ਨਾ ਜਾਈਏ, ਬਾਹਰ ਸੁੱਟ ਕੇ ਆਈਏ। ਜਿੱਥੇ ਜੋੜੇ ਰੱਖੇ ਐ ਸਮੱਸਿਆਵਾਂ ਉੱਥੇ ਛੱਡ ਕੇ ਆ ਜਾਇਆ ਕਰੋ, ਫੇਰ ਕਿਤੇ ਜਾ ਕੇ ਖੇਡ ਬਣੇਗੀ। ਮਨੁੱਖ ਸਮੱਸਿਆਵਾਂ ਨਾਲ ਲੈ ਕੇ ਆਉਂਦਾ, ਜਦੋਂ ਇਹ ਸਮੱਸਿਆਵਾਂ ਨਾਲ ਲੈ ਕੇ ਆਉਂਦਾ ਹੈ ਆਊਗਾ ਤਾਂ ਫਿਰ ਸਮਝ ਨਹੀਂ ਪੈਣੀ ਸਮਝ। ਜੋ ਸੰਸਾਰਕ ਸਮੱਸਿਆਵਾਂ ਨੂੰ ਨਾਲ ਲੈ ਕੇ ਗੁਰਦੁਆਰੇ ਜਾਂਦੇ ਆ ਨਾ ਗੁਰਮੁਖ ਪਿਆਰਿਓ, ਤੀਰਥਾਂ ਤੇ ਜਾਂਦੇ ਆ, ਸਾਰੀ ਜ਼ਿੰਦਗੀ ਜਾਂਦੇ ਰਹਿੰਦੇ ਆ। ਯਕੀਨ ਜਾਣਿਓ ਸਾਰੀ ਜ਼ਿੰਦਗੀ ਉਹਨਾਂ ਦੀ ਜ਼ਿੰਦਗੀ ਵਿੱਚ ਪਰਮਾਤਮਾ ਨਹੀਂ ਆਉਂਦਾ ਪਰਮਾਤਮਾ, ਕਿਉਂਕਿ ਧਾਰਮਿਕ ਸਮੱਸਿਆ ਪੈਦਾ ਹੀ ਨਹੀਂ ਹੋਈ। ਜਿਸ ਦਿਨ ਸਮਝ ਆਉਂਦੀ ਹੈ, ਸਮਝ ਦੇ ਆਉਂਦਿਆਂ ਹੀ ਇੱਕ ਪੀੜਾ ਸ਼ੁਰੂ ਹੋ ਜਾਂਦੀ ਹੈ, ਇੱਕ ਦਰਦ ਸ਼ੁਰੂ ਹੋ ਜਾਂਦਾ ਹੈ ਕਿ ਹੇ ਪ੍ਰਭੂ ਤੂੰ ਇਤਨਾ ਮਹਾਨ ਹੈ, ਤੇਥੋਂ ਬਿਨਾਂ ਮੈਂ ਜੀ ਕਿਵੇਂ ਰਿਹਾ। ਤੂੰ ਇਤਨਾ ਰਸ ਹੈ, ਮੇਰੀ ਜ਼ਿੰਦਗੀ ਬੇਰਸ ਹੈ। ਤੂੰ ਚਾਨਣਾ ਹੈ, ਮੇਰੇ ਜੀਵਨ ਵਿੱਚ ਹਨੇਰਾ ਹੈ। ਤੂੰ ਇਤਨਾ ਪਰਮ ਆਨੰਦ ਹੈ, ਮੈਂ ਇਤਨਾ ਦੁਖੀ ਹਾਂ। ਤੂੰ ਤੇ ਹੀਰਿਆਂ ਦੀ ਖਾਨ ਹੈ ਤੇ ਮੈਂ ਕੌਡੀਆਂ ਨਾਲ ਖੇਡਦਾ ਪਿਆ। ਜਿਸ ਦਿਨ ਸਮਝ ਆਵੇਗੀ ਇੱਕ ਪਛਤਾਤਾਪ ਵੀ ਪੈਦਾ ਹੋ ਜਾਣਾ ਹੈ, ਇਹ ਲਾਜ਼ਮੀ ਹੈ। ਜੇਕਰ ਸਮਝ ਨਹੀਂ ਆਈ, ਪਛਤਾਤਾਪ ਨਹੀਂ ਹੋਇਆ, ਫਿਰ ਕਹਿੰਦੇ ਪਾਠ ਵੀ ਕੀਤੇ ਤੇ ਮਨੋਕਾਮਨਾ ਵੀ ਪੂਰੀ ਨਹੀਂ ਹੋਈ। ਚਲੀਹੇ ਵੀ ਕੱਟੇ ਸਵਾਰਥੀ ਮਨੁੱਖ, ਸੰਸਾਰ ਦੀ ਸੂਝ-ਬੂਝ ਰੱਖਣ ਵਾਲੇ ਮਨੁੱਖ, ਇਹ ਪਾਣੀ ਨੂੰ ਰਿੜਕਣ ਵਾਲੇ ਮਨੁੱਖ ਇਹੀ ਚਲੀਹੇ ਕੱਟਦੇ ਆ, ਦੇਵੀ ਦੇਵਤਿਆਂ ਦੇ ਚੱਕਰ ਵਿੱਚ ਪੈਂਦੇ ਆ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਚੇਰੀ ਕੀ ਸੇਵਾ ਕਰੈ, ਚੇਲਿਆਂ ਦੀ ਸੇਵਾ ਕਰਦਾ। ਕਹਿੰਦੇ ਤੇਰੀ ਕੀ ਸੇਵਾ ਕਰੈ ਠਾਕੁਰ ਨਹੀਂ ਦੀਸੈ। ਪਰਮਾਤਮਾ ਦਾ ਕੋਈ ਪਤਾ ਨਹੀਂ, ਕਿਸੇ ਦੇਵੀ ਦੀ ਪੂਜਾ, ਕਿਸੇ ਦੇਵਤੀ ਦੀ ਪੂਜਾ, ਇਹਨਾਂ ਹੀ ਚੱਕਰਾਂ ਵਿੱਚ ਪਏ ਰਹਿੰਦੇ ਆ। ਇਹ ਕਬਰਾਂ ਦੀ ਪੂਜਾ, ਦੇਵੀ ਦੇਵਤਿਆਂ ਦੀ ਪੂਜਾ, ਇਹ ਤਾਂ ਕਹਿੰਦੇ ਇਸ ਤਰ੍ਹਾਂ ਹੋਗਾ ਕਿ ਬੰਦਾ ਚੇਲੇ ਨੂੰ ਮੰਨੇ ਤੇ ਗੁਰੂ ਨੂੰ ਮੰਨੇ ਹੀ ਨਾ। ਗੁਰੂ ਵੱਡਾ ਕਿ ਚੇਲਾ ਵੱਡਾ। ਨੌਕਰ ਦੀ ਪੂਜਾ ਕਰੇ ਤੇ ਮਾਲਕ ਨੂੰ ਭੁੱਲ ਜੇ। ਮਹਾਰਾਜ ਕਹਿੰਦੇ ਤੇਰੀ ਕੀ ਸੇਵਾ ਕਰੈ ਠਾਕੁਰ ਨਹੀਂ ਦੀਸੈ, ਪੋਖਰ ਨੀਰ ਵਰੋਲੀਐ ਮਾਖਣ ਨਹੀਂ ਰੀਸੈ। ਪਾਣੀ ਦੀ ਰਿੜਕਿਆਂ ਕਦੇ ਮੱਖਣ ਨਹੀਂ ਨਿਕਲਦਾ। ਇਸੇ ਲਈ ਪਰਮਾਤਮਾ ਅੱਗੇ ਅਰਦਾਸ ਕਰਿਆ ਕਰੋ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋਰੀ ਰਾਮ, ਮੇਰੀ ਮੱਤ ਛੋਟੀ ਹੈ, ਮੇਰੀ ਮੱਤ ਨੂੰ ਘੜ ਪਰਮਾਤਮਾ। ਤੂੰ ਦਰਿਆਓ ਦਾਨਾ ਮੀਨਾ, ਮੈਂ ਮਛਲੀ ਕੈਸੇ ਅੰਤ ਲਾਹਾ।